ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਹੈ ਅਤੇ ਆਪਣੀ ਭਲਾਈ ਨੂੰ ਸਾਡੇ ਜੀਵਨ ਵਿੱਚ ਪ੍ਰਗਟ ਕਰਦਾ ਹੈ। ਇਸ ਲਈ ਧੰਨਵਾਦ। ਅੱਜ ਦੇ ਵਚਨ ਦਾ ਜੋ ਵੀ ਅਸੀਂ ਵਿਕਾਸ਼ਵਾ ਕਰੀਏ, ਉਸ ਦੇ ਅਨੁਸਾਰ ਤੇਰੀ ਮਹਿਮਾ, ਤੇਰੀ ਵਡਿਆਈ ਹੋਵੇ ਅਤੇ ਤੇਰੇ ਹੀ ਨਾਮ ਨੂੰ ਅਸੀਂ ਉੱਚਾ ਕਰ ਸਕੀਏ। ਇਹ ਸਭ ਕੁਝ ਅਸੀਂ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਮਨਨ ਕਰਨ ਜਾ ਰਿਹਾ ਹਾਂ, ਉਸ ਦੇ ਵਿੱਚ ਮੈਂ ਜੋ ਵਿਸ਼ਾ ਲਿਆ ਹੈ ਉਸ ਨੂੰ ਵੱਖ-ਵੱਖ ਤਰੀਕਿਆਂ ਦੇ ਵਿੱਚ ਮੈਂ ਆਪ ਦੇ ਨਾਲ ਵੰਡਾਂਗਾ। ਅੱਜ ਦਾ ਜੋ ਮੇਰਾ ਵਿਸ਼ਾ ਹੈ, ਅਸੀਂ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਇੱਛਾ ਨੂੰ ਕਿਵੇਂ ਜਾਣੀਏ। ਅਸੀਂ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਇੱਛਾ ਨੂੰ ਕਿਵੇਂ ਜਾਣੀਏ। ਬਹੁਤ ਸਾਰੇ ਲੋਕ ਇਸ ਗੱਲ ਤੋਂ ਖੁੰਝ ਜਾਂਦੇ ਆ ਅਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਕਰੀਏ ਕੀ। ਇਹ ਵਿਚਾਰ ਮੇਰੇ ਮਨ ਦੇ ਵਿੱਚ ਕਿਉਂ ਆਇਆ? ਕਿਉਂਕਿ ਅੱਜ ਕੱਲ੍ਹ ਦੇ ਜਵਾਨ ਜੋ ਕਲੀਸਿਆਵਾਂ ਦੇ ਵਿੱਚ ਹਨ, ਜਾਂ ਕੋਈ ਵੀ ਆਪਣਾ ਭਾਈ ਜਾਂ ਭੈਣ ਕੋਈ ਵੀ ਕੰਮ ਕਰਨਾ ਚਾਹੁੰਦਾ ਹੈ, ਕੋਈ ਵੀ ਡਿਸੀਜਨ ਲੈਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦੇ ਵਿੱਚ ਉੰਝਲ ਜਿਹਾ ਜਾਂਦਾ ਹੈ। ਉਹ ਗੁੰਝਲਾਂ ਵਿੱਚ ਫਸ ਜਾਂਦਾ ਹੈ ਕਿ ਮੈਂ ਕਰਾਂ ਕੀ। ਵਿਸ਼ਵਾਸੀਆਂ ਦੇ ਵਿੱਚ ਵੀ ਇਹ ਸਮੱਸਿਆ ਅਕਸਰ ਆਉਂਦੀ ਹੈ ਤੇ ਮੈਂ ਉਹਨਾਂ ਨੂੰ ਵੇਖਦਾ ਹਾਂ ਤੇ ਇਹ ਗੱਲਾਂ ਮੇਰੇ ਜੀਵਨ ਦੇ ਸਾਹਮਣੇ ਆਈਆਂ। ਬਹੁਤ ਸਾਰੇ ਲੋਕ ਇੱਥੋਂ ਵਿਦੇਸ਼ ਦੀ ਦੌੜ ਦੇ ਵਿੱਚ ਲੱਗੇ ਹੋਏ ਆ। ਕੋਈ ਅਮਰੀਕਾ ਨੂੰ ਜਾਣਾ ਚਾਹੁੰਦਾ ਹੈ, ਕੋਈ ਇੰਗਲੈਂਡ ਨੂੰ ਜਾਣਾ ਚਾਹੁੰਦਾ, ਕੋਈ ਕੈਨੇਡਾ ਨੂੰ ਜਾਣਾ ਚਾਹੁੰਦਾ, ਕੋਈ ਆਸਟ੍ਰੇਲੀਆ ਨੂੰ ਜਾਣਾ ਚਾਹੁੰਦਾ, ਕੋਈ ਨਿਊਜ਼ੀਲੈਂਡ ਨੂੰ ਜਾਣਾ ਚਾਹੁੰਦਾ। ਪਰ ਪਰਮੇਸ਼ਰ ਦਾ ਡਿਜ਼ਾਇਰ ਉਹਨਾਂ ਦੇ ਜੀਵਨ ਦੇ ਵਿੱਚ ਕੀ ਹੈ, ਉਹ ਇਸ ਗੱਲ ਦੇ ਉੱਤੇ ਕਦੇ ਵੀ ਧਿਆਨ ਨਹੀਂ ਦਿੰਦੇ। ਉਹ ਆਪਣੀ ਇੱਛਾ ਨੂੰ ਸਾਹਮਣੇ ਰੱਖ ਦਿੰਦੇ ਆ, ਜਿਸ ਦੇ ਕਾਰਨ ਉਹ ਫਾਹੀ ਦੇ ਵਿੱਚ ਪੈ ਜਾਂਦੇ ਆ। ਫਾਹੀ ਦੇ ਵਿੱਚ ਇਹੋ ਜਿਹੇ ਪੈ ਜਾਂਦੇ ਆ ਕਿ ਉਹਨਾਂ ਨੂੰ ਰਾਸਤਾ ਨਹੀਂ ਮਿਲਦਾ। ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਕੀ ਚਾਹੁੰਦਾ ਹੈ, ਪਰਮੇਸ਼ਰ ਦੀ ਇੱਛਾ ਕੀ ਹੈ, ਇਸ ਗੱਲ ਦੀ ਖੋਜ ਨਹੀਂ ਕਰਦੇ। ਔਰ ਬਹੁਤੇ, ਮੈਂ ਇਸ ਤਰ੍ਹਾਂ ਦੇ ਬਹੁਤੇ ਕੇਸ ਦੇਖ ਚੁੱਕਾ ਹਾਂ ਜਿਨ੍ਹਾਂ ਵਿੱਚੋਂ ਘੱਟੋ ਘੱਟ ਆਪਣੇ 70% ਜਿਹੜੇ ਜਵਾਨ ਹੈ ਜਾਂ ਜਵਾਨ ਲੜਕੇ ਲੜਕੀਆਂ ਹੈ, ਇਸ ਉਦੇਸ਼ ਦੇ ਨਾਲ ਆਪਣੇ ਆਪ ਦੇ ਜੀਵਨ ਕੈਰੀਅਰ ਨੂੰ ਸਮਾਪਤ ਕਰ ਚੁੱਕੇ ਹੈ। ਬਹੁਤ ਘੱਟ ਹੈ ਜਿਹੜੇ ਸਕਸੈਸ ਹੋਏ ਹੈ ਅਤੇ ਬਹੁਤ ਘੱਟ ਹੈ ਜਿਹੜੇ ਆਪਣੇ ਮਾਪਿਆਂ ਦੇ ਪ੍ਰਤੀ ਇਸ ਤਰ੍ਹਾਂ ਦੇ ਗੱਲ ਦੇ ਵਿੱਚ ਵਫਾਦਾਰ ਹੋਏ ਹੈ ਜਾਂ ਉਹਨਾਂ ਦੇ ਲਈ ਕਿਸੇ ਪ੍ਰਕਾਰ ਦਾ ਲਾਭ ਹੋਇਆ ਹੈ। ਕਈ ਮੈਂ ਅਜਿਹੇ ਦੇਖਿਆ ਕਿ ਬਾਹਰ ਜਾ ਕੇ ਉਹ ਗਲਤ ਸੁਸਾਇਟੀਆਂ ਦੇ ਵਿੱਚ ਪੈ ਕੇ ਜਿਨ੍ਹਾਂ ਮਾਪਿਆਂ ਨੇ ਲੱਖਾਂ ਰੁਪਈਆ ਉਹਨਾਂ ਦੇ ਉੱਤੇ ਲਾਇਆ, ਉਹਨਾਂ ਦਾ ਜੀਵਨ ਕਰਪਟ ਹੋ ਚੁੱਕਾ, ਉਹਨਾਂ ਨੂੰ ਕੋਈ ਰਾਸਤਾ ਨਹੀਂ ਮਿਲ ਰਿਹਾ। ਕਾਰਨ ਪਰਮੇਸ਼ਰ ਦਾ ਡਿਜ਼ਾਇਰ ਨਹੀਂ ਹੈ, ਪਰਮੇਸ਼ਰ ਦੀ ਇੱਛਾ ਨਹੀਂ ਹੈ, ਉਸ ਦੀ ਭਾਲ ਨਹੀਂ ਕੀਤੀ ਹੈ, ਉਸ ਦੀ ਖੋਜ ਨਹੀਂ ਕੀਤੀ ਹੈ। ਜੇ ਅਸੀਂ ਖੋਜ ਕਰੀਏ ਤਾਂ ਸਾਨੂੰ ਇਹ ਸਭ ਕੁਝ ਮਿਲ ਸਕਦਾ। ਮੈਂ ਆਪਣੇ ਜੀਵਨ ਬਾਰੇ ਆਪ ਨੂੰ ਦੱਸਾਂਗਾ। ਜਦੋਂ ਮੈਂ ਇੱਕ ਜਵਾਨ ਮਨੁੱਖ ਸੀ, ਲੜਕਾ ਹੀ ਸੀ, ਤਦ ਮੇਰੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਗਈਆਂ ਸੀ। ਮੈਂ ਸੋਚਦਾ ਸੀ ਮੈਂ ਆਹ ਕੰਮ ਕਰਾਂਗਾ, ਮੈਂ ਇੰਜੀਨੀਅਰ ਬਣਾਂਗਾ, ਮੈਂ ਇਹ ਕਰਾਂਗਾ, ਉਹ ਕਰਾਂਗਾ। ਬਹੁਤ ਸਾਰੇ ਵਿਚਾਰ ਸੀ ਕਿ ਮੈਂ ਆਪਣੇ ਕੈਰੀਅਰ ਨੂੰ ਇਸ ਤਰ੍ਹਾਂ ਬਣਾ ਕੇ ਰੱਖਾਂਗਾ। ਪਰ ਮੇਰੇ ਜੀਵਨ ਦੇ ਵਿੱਚ ਮੈਂ ਕੀ ਕਰਨਾ ਮੈਨੂੰ ਸਮਝ ਨਹੀਂ ਆ ਰਹੀ ਸੀ। ਮੈਂ ਬਹੁਤ ਸਾਰੇ ਆਪਣਾ ਕੰਮ ਕਰ ਚੁੱਕਾ ਸੀ, ਕੋਰਸ ਮੇਰੇ ਹੱਥ ਦੇ ਵਿੱਚ ਸੀ, ਡਿਗਰੀ ਮੇਰੇ ਹੱਥ ਦੇ ਵਿੱਚ ਸੀ, ਬਟ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਜਦੋਂ ਮੈਂ ਪ੍ਰਭੂ ਦੇ ਵਿੱਚ ਆਇਆ, ਪ੍ਰਭੂ ਦੇ ਵਿੱਚ ਅੱਗੇ ਵਧਿਆ, ਤਾਂ ਪ੍ਰਭੂ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਪ੍ਰਭੂ ਦੀ ਇੱਛਾ ਨੂੰ ਜਾਣਨਾ ਕਿੱਦਾਂ ਹੈ, ਕਿੱਦਾਂ ਸਾਡਾ ਕੈਰੀਅਰ ਦਾ ਸਾਨੂੰ ਪਤਾ ਲੱਗੇਗਾ ਕਿ ਪ੍ਰਭੂ ਚਾਹੁੰਦਾ ਕੀ ਹੈ। ਉਹਨਾਂ ਨੇ ਨਹੀਂ ਮੈਨੂੰ ਕਿਹਾ ਸੀ ਭਾਈ ਤੂੰ ਸੇਵਾ ਕਰ, ਤੂੰ ਸੇਵਾ ਦੇ ਵਿੱਚ ਆ, ਔਰ ਨਾ ਮੇਰੀ ਇੱਛਾ ਸੀ ਕਿ ਮੈਂ ਸੇਵਾ ਦੇ ਵਿੱਚ ਜਾਵਾਂ।
पर प्रभु की इच्छा जिहड़ी सी वो बहुत इंपॉर्टेंट सी। वो हर एक जीवन दे विच है जे वो प्रभु को पुछेगा तां। मेरे प्यारे अजीज, परमेश्वर दे कोल जाना जरूरी है। मैं हर दिन इस गल दे विच कशमो कश दे विच रहिंदा सी। मेरी रोज कुश्ती हुंदी सी परमेश्वर दे नाल, परमेश्वर दस तेरी मर्जी की है। मैं अपने समय नूं गवाना नहीं चाहुंदा सी। अपनी जवानी दे समय दे विच मैं उस मकाम दे विच पहुंचना चाहुंदा सी जिस मकाम दे विच पहुंचण दे लई हर एक जवान कोशिश करदा है कि मैं इस तरह करा, मैं इस तरह इस मंजिल नूं हासिल करा। पर मेरे लई वो चीज़ां प्राप्त करनियां बहुत मुश्किल जिहियां मैनूं जपदियां सी जदों मैं प्रभु दे विच सी। संसार दे लोग तो बहुत तरह दी मैनू योजनावां दे रहे सी, संसार दे लोग मैनू बहुत कुछ दस रहे सी, पर मेरे लिए ये बड़ा औखा सी। फिर भी मैं अपने जीवन दे लिए परमेश्वर तो योजना नू जाना अते किस तरह मैं कर सकदा हाँ, इस गल दे उत्ते मैं ध्यान कर रहा सी। पिछले 25 सालां विच जद मैं सेवकाई दे विच रहा ਤਾਂ मैं अपने जीवन दे विच परमेश्वर की इच्छा ਅਤੇ योजना ਨੂੰ जानन दे लई कुछ महत्वपूर्ण मैं कदम चुके जिस दे नाल मैं अपनी मंजिल ਨੂੰ प्राप्त कर सकिया। और वो मंजिल मेरे जीवन दे विच बहुत ही मेरे लिए लाभदायक सिद्ध हुई। और इस गल दे लई सब तो पहला कदम मेरे जीवन दे विच ये सी, पहला कदम परमेश्वर दे नाल चलना। शुरुआत दे विच ਇਹ परमेश्वर की इच्छा ते परमेश्वर की योजना नूं जानन दी जदों मैं रुचि रखदा सी तां अपने आप नूं परमेश्वर दे नाल चलण दे लई उहदे वचन दे विचों मैं नित प्रतिदिन सिੱਖदा सी ਅਤੇ मैं उस दे नाल जानन दे लई वचन दे नाल समां बतीत करदा सी। ਅਤੇ मैं वचन का अध्ययन करना ਅਤੇ बाइबल क्लासां दे विच जाना, जिथे मतलब कि बाइबल स्टडी हुंदी सी साडी कलीसिया दे विच, ਉਹਦੇ ਵਿੱਚ जाना ਅਤੇ प्रार्थना सभा दे विच बैठना। और नित प्रतिदिन मैं विकसित होना शुरू हो गया प्रभु दे वचन दे नाल ਅਤੇ चलना शुरू कर दिता। ਅਤੇ जो कलीसिया दे अनुशासन हुंदे सी, नियम हुंदे सी, उन्हां दे अनुसार मैं अपने जीवन नूं बतीत करना शुरू कर दिता। तां परमेश्वर ने अपनी योजना नूं मेरे सामने प्रगट करन दे लई पहला कदम जो मेरे जीवन दे विच दिता, मैं वो आप दे अगे पढ़न जा रहा हाँ। कहावतां दी पुस्तक 3 अध्याय उहदी 5 ते 6 आयत च लिखिया, तू अपनी समझ दा सहारा ना लई, तू अपनी समझ दा सहारा ना लई। और ये गल जिहड़ी सी मेरे जीवन दे विच बहुत ही महत्वपूर्ण रही। मैं हमेशा ही परमेश्वर दे वचन तो पुछदा सी और जिहड़े मेरे परमेश्वर दे विच भाई भैण सी उन्हां नाल गल्लां करदा सी। और इत्थे कहंदा तू अपनी समझ दा सहारा ना लई, वरन संपूर्ण मन दे नाल यहोवा ते भरोसा रखी। ये बड़ी इंपॉर्टेंट गल है, संपूर्ण परमेश्वर दे उत्ते भरोसा रखी। इहदे विच है धीरज, इहदे विच है पेशेंस। जब तक तुहाडे जीवन दे विच धीरज नहीं होवेगा तां परमेश्वर की इच्छा कदे भी तुहाडे जीवन दे विच प्रगट नहीं होवेगी। सर्वप्रथम परमेश्वर दे नाल उहदे वचन दे नाल समां बतीत करना और उस दे नाल प्रार्थना करनी। जब तक तुसी ये कदम अपने जीवन दे विच नहीं उठाओगे, नहीं अपनाओगे, तो परमेश्वर कदे भी अपनी योजना नूं तुहाडे जीवन दे विच प्रगट नहीं करेगा। दूसरी गल वो कह रहा, उसे नूं याद करके सब काम करना। हर एक दिन जो भी तुहाडे जीवन च हुंदा है उहनूं याद करके काम करना अते वो तुहाडे लई सीधा राह कढेगा। मेरे भाई अते भैन, जब तक तुसी परमेश्वर दे नाल बैठोगे नहीं, वो तुहाडे नाल अपना कोई भी रास्ता तुहाडे नाल साझा नहीं करेगा। रास्ता परमेश्वर कोल है। प्रभु यीशु मसीह ने क्या राह सच्चाई अते जीवन मैं हाँ, बिना मेरे द्वारा कोई पिता को नहीं पहुंच सकता। रास्ता परमेश्वर पुत्र कोल ही है।
ਪਰ ਉਹਦੇ ਨਾਲ ਤੁਸੀਂ ਬੈਠ ਕੇ ਸਮਾਂ ਬਤੀਤ ਕਰੋ ਤਾਂ ਤੁਹਾਨੂੰ ਦੱਸੇਗਾ ਕਿ ਪਰਮੇਸ਼ਰ ਦੀ ਮਰਜ਼ੀ ਤੁਹਾਡੇ ਜੀਵਨ ਦੇ ਵਿੱਚ ਕੀ ਹੈ। ਦੂਸਰੀ ਗੱਲ ਜੋ ਮੇਰੇ ਨਾਲ ਇਸ ਦੇ ਵਿੱਚ ਆਈ, ਪਹਿਲੀ ਗੱਲ ਤਾਂ ਮੇਰੇ ਸਾਹਮਣੇ ਇਹ ਪ੍ਰਗਟ ਹੋ ਗਈ ਕਿ ਮੈਨੂੰ ਆਪਣੇ ਆਪ ਦਾ, ਆਪਣੀ ਸਮਝ ਦਾ ਸਹਾਰਾ ਨਹੀਂ ਲੈਣਾ ਹੈ, ਬਲਕਿ ਪਰਮੇਸ਼ਰ ਦੇ ਵਚਨ ਦੇ ਨਾਲ ਚੱਲ ਕੇ ਪ੍ਰਾਰਥਨਾ ਸਹਿਤ ਉਹਦੇ ਕੋਲੋਂ ਪਤਾ ਕਰਨਾ ਹੈ। ਪਹਿਲੀ ਗੱਲ ਮੈਨੂੰ ਇਹ ਪਤਾ ਲੱਗ ਗਈ। ਦੂਸਰੀ ਗੱਲ, ਆਪਣੀ ਇੱਛਾ ਨੂੰ ਪਰਮੇਸ਼ਰ ਦੇ ਹਵਾਲੇ ਕਰਨਾ। ਆਪਣੀ ਇੱਛਾ ਨੂੰ, ਮੇਰੀ ਬਹੁਤ ਵੱਡੀ ਇੱਛਾ ਸੀ ਕਿ ਮੈਂ ਪਰਮੇਸ਼ਰ ਦੇ, ਜਿਸ ਤਰ੍ਹਾਂ ਮੈਂ ਕਈ ਬੰਦਿਆਂ ਨੂੰ ਆਫਿਸ ਦੇ ਵਿੱਚ ਬੈਠਾ ਵੇਖਦਾ ਸੀ ਅਤੇ ਉਹਨਾਂ ਦੇ ਵਿੱਚ ਬਹੁਤ ਵੱਡੀ ਕਾਬਲੀਅਤ ਹੁੰਦੀ ਸੀ, ਲੋਕ ਉਹਨਾਂ ਨੂੰ ਸਲੂਟ ਮਾਰਦੇ ਸੀ, ਮੇਰੇ ਅੰਦਰ ਇਹ ਇੱਕ ਇੱਛਾ ਸੀ ਕਿ ਮੈਂ ਇਸ ਤਰ੍ਹਾਂ ਦਾ ਆਫੀਸਰ ਬਣਾ। ਉਸ ਦੇ ਅਨੁਸਾਰ ਪੜ੍ਹਾਈ ਵੀ ਕੀਤੀ, ਪਰ ਪਰਮੇਸ਼ਰ ਦੀ ਇਹ ਯੋਜਨਾ ਮੇਰੇ ਜੀਵਨ ਦੇ ਵਿੱਚ ਨਹੀਂ ਸੀ। ਜਦੋਂ ਮੈਂ ਇਸ ਯੋਜਨਾ ਦੇ ਅਨੁਸਾਰ ਚੱਲਣਾ ਸ਼ੁਰੂ ਕੀਤਾ ਤਦ ਪਰਮੇਸ਼ਰ ਨੇ ਆਪਣੇ ਰਸਤੇ, ਮੈਨੂੰ ਯਾਦ ਹੈ ਕਿ ਮੇਰੇ ਇੱਕ ਭਾਈ ਨੇ ਮੇਰੇ ਕਲੀਸਿਆ ਦੇ ਬਜ਼ੁਰਗਾਂ ਨੇ 2 ਜਾਂ 3 ਬਜ਼ੁਰਗ ਸੀ ਜਿਨ੍ਹਾਂ ਨੇ ਮੈਨੂੰ ਕਿਹਾ, ਭਾਈ ਪਰਮੇਸ਼ਰ ਦੇ ਨਾਲ ਸੰਗਤ ਕਰ, ਉਹਦੇ ਨਾਲ ਬੈਠ, ਵਚਨ ਅਤੇ ਪ੍ਰਾਰਥਨਾ ਨਾਲ ਉਹ ਤੋਂ ਪੁੱਛ ਤੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਕੀ ਯੋਜਨਾ ਹੈ। ਜਦ ਤੱਕ ਮੈਂ ਪੁੱਛਦਾ ਨਹੀਂ ਤਦ ਤੱਕ ਮੈਨੂੰ ਪਤਾ ਨਹੀਂ ਲੱਗੇਗਾ। ਔਰ ਇਹ ਕੰਮ ਮੈਂ ਕਰਨਾ ਸ਼ੁਰੂ ਕਰ ਦਿੱਤਾ। ਲਗਾਤਾਰ ਮੈਂ ਫਾਸਟ ਸਹਿਤ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਨਾਲ ਬਹਿ ਗਿਆ ਔਰ ਪਰਮੇਸ਼ਰ ਦਾ ਉਹ ਪ੍ਰਤੀਉੱਤਰ ਮੇਰੇ ਜੀਵਨ ਦੇ ਵਿੱਚ ਆਇਆ। ਜਦੋਂ ਮੈਂ ਆਪਣੀ ਇੱਛਾ ਨੂੰ ਪਰਮੇਸ਼ਰ ਦੇ ਹਵਾਲੇ ਕੀਤਾ, ਕਈ ਵਾਰ ਜਦ ਅਸੀਂ ਕਹਿੰਦੇ ਹਾਂ ਕਿ ਅਸੀਂ ਪਰਮੇਸ਼ਰ ਦੀ ਇੱਛਾ ਦੀ ਤਲਾਸ਼ ਕਰ ਰਹੇ ਹਾਂ ਤਦ ਸਾਨੂੰ ਵਾਸਤਵਿਕ ਪਰਮੇਸ਼ਰ ਨੂੰ ਇਹ ਕਹਿਣਾ ਚਾਹੀਦਾ, ਠੀਕ ਆ ਪਰਮੇਸ਼ਰ, ਇੱਥੇ ਮੈਂ ਕੀ ਕਰਨ ਦੀ ਯੋਜਨਾ ਬਣਾ ਰਿਹਾ, ਮੈਨੂੰ ਤੁਹਾਡੀ ਇਸ ਉੱਤੇ ਮੋਹਰ ਲਾਉਣ ਦੀ ਜ਼ਰੂਰਤ ਹੈ। ਮੈਨੂੰ ਦੱਸੋ ਕਿ ਮੈਂ ਇਹ ਕੰਮ ਕਰਾਂ ਜਾਂ ਨਾ ਕਰਾਂ। ਮੈਨੂੰ ਆਪ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸ ਦੀ ਸੱਚੀ ਇੱਛਾ ਪਾਉਣ ਦੇ ਲਈ ਇਹ ਵਾਸਤਵ ਵਿੱਚ ਪੱਕਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਕਿ ਪਰਮੇਸ਼ਰ ਆਪ ਉੱਤੇ ਆਪਣੀ ਇੱਛਾ ਨੂੰ ਪ੍ਰਗਟ ਕਰਨਾ ਸ਼ੁਰੂ ਕਰੇ, ਉਹ ਆਪ ਨੂੰ ਉਹ ਕਰਨ ਦੇ ਲਈ ਪ੍ਰਤੀਬੱਧ ਹੋਣਾ ਚਾਹੀਦਾ ਹੈ ਕਿ ਉਹ ਆਪ ਦੇ ਲਈ ਕੀ ਕਰਨਾ। ਇਹਦਾ ਮਤਲਬ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲਣ ਦੀ ਅਣਖ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਪੌਲਸ ਰਸੂਲ ਦੇ ਵਿੱਚ ਸੀ। ਜੇ ਪਰਮੇਸ਼ਰ ਨੇ ਉਹਨੂੰ ਚੁਣਿਆ ਤਾਂ ਉਸ ਰਾਹ ਦੇ ਵਿੱਚ ਉਹ ਤੁਰਿਆ ਵੀ। ਜੇ ਅਸੀਂ ਇਸ ਤਰ੍ਹਾਂ ਨਹੀਂ ਤੁਰਦੇ ਹਾਂ ਤਾਂ ਕਦੇ ਵੀ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਨਹੀਂ ਕਰ ਸਕਦੇ। ਪਰਮੇਸ਼ਰ ਦਾ ਵਚਨ ਰੋਮੀਆਂ ਦੀ ਪੁਸਤਕ ਜਦੋਂ 12 ਅਧਿਆਏ ਉਸ ਦੀ 1 ਅਤੇ 2 ਆਇਤ ਨੂੰ ਪੜ੍ਹਦਾ ਹਾਂ ਤਾਂ ਉੱਥੇ ਪਰਮੇਸ਼ਰ ਆਪਣੇ ਡਿਜ਼ਾਇਰ ਨੂੰ, ਆਪਣੀ ਸਵੈ ਇੱਛਾ ਨੂੰ ਮੇਰੇ ਜੀਵਨ ਦੇ ਵਿੱਚ ਪ੍ਰਗਟ ਕਰਦਾ ਹੈ। ਕੀ ਲਿਖਿਆ ਹੈ ਇੱਥੇ? ਕਹਿੰਦਾ ਹੈ, ਸੋ ਹੇ ਪ੍ਰਭੂ, ਮੈਂ ਪਰਮੇਸ਼ਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਭਾਈ ਤੁਸੀਂ ਆਪਣੀਆਂ ਦੇਹੀਆਂ ਨੂੰ ਜਿੰਦਾ ਕਰਕੇ, ਜਿਉਂਦਾ ਅਤੇ ਪਵਿੱਤਰ ਕਰਕੇ ਪਰਮੇਸ਼ਰ ਨੂੰ ਭਾਵਦਾ ਬਲੀਦਾਨ ਚੜਾਓ, ਇਹ ਤੁਹਾਡੀ ਰੂਹਾਨੀ ਜ਼ਿੰਦਗੀ ਹੈ। ਇਸ ਯੁੱਗ ਦੇ ਰੂਪ ਜਿਹੇ ਨਾ ਬਣੋ। ਪਰਮੇਸ਼ਰ ਦੀ ਮੈਨੂੰ ਪਹਿਲੀ ਆਵਾਜ਼ ਇਹ ਆਉਂਦੀ ਹੈ, ਉਹਦੀ ਇੱਛਾ ਕਿ ਅਸੀਂ ਜਗਤ ਦੇ ਅਨੁਸਾਰ ਨਹੀਂ, ਅਸੀਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬਣਨਾ। ਜੇ ਅਸੀਂ ਪਰਮੇਸ਼ਰ ਦੇ ਲਈ ਚੁਣੇ ਗਏ ਹਾਂ, ਉਹਦੀ ਬੰਦਗੀ ਦੇ ਲਈ ਚੁਣੇ ਗਏ ਹਾਂ, ਉਹਦੇ ਰਾਜ ਦੇ ਲਈ ਚੁਣੇ ਗਏ ਹਾਂ, ਤਾਂ ਅਸੀਂ ਇਸ ਸੰਸਾਰ ਦੀ ਇੱਛਾ ਨਹੀਂ, ਪਰਮੇਸ਼ਰ ਦੀ ਇੱਛਾ ਨੂੰ ਆਪਣੇ ਵਿੱਚ ਲੈ ਕੇ ਆਉਣਾ। ਸਭ ਤੋਂ ਪਹਿਲੀ ਗੱਲ, ਮੈਨੂੰ ਆਪਣੀ ਆਪ ਨੂੰ, ਆਪਣੀ ਇੱਛਾ ਨੂੰ ਪਰਮੇਸ਼ਰ ਦੇ ਅਨੁਕੂਲ ਢਾਲਣਾ ਹੈ। ਤਦ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਉਹ ਰਾਸਤਾ ਕੱਢੇਗਾ ਜਿਹੜਾ ਉਹਦੀ ਮਹਿਮਾ ਦੇ ਲਈ ਹੈ। ਮੈਂ ਅਜਿਹੇ ਕਈ ਭਰਾਵਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਲ ਸੇਵਕਾਈ ਦਾ ਰਸਤਾ ਅਪਣਾਇਆ ਕਿ ਅਸੀਂ ਸੇਵਕਾਈ ਕਰਨੀ ਹੈ, ਪਰ ਉਹਨਾਂ ਦੇ ਜੀਵਨ ਦੇ ਵਿੱਚ ਉਹ ਸੇਵਕਾਈ ਦਾ ਰਸਤਾ ਪਰਮੇਸ਼ਰ ਨੇ ਨਹੀਂ ਆਉਣ ਦਿੱਤਾ। ਕਾਰਨ ਕਿਉਂਕਿ ਪਰਮੇਸ਼ਰ ਚਾਹੁੰਦਾ ਸੀ ਕਿ ਉਹ ਆਪਣਾ ਕੰਮ ਕਰਨ, ਵਰਕ ਕਰਨ ਅਤੇ ਵਰਕ ਦੇ ਨਾਲ ਸੇਵਕਾਂ ਦੀ, ਜੋ ਪਰਮੇਸ਼ਰ ਦੇ ਸੇਵਕ ਹੈ, ਉਹਨਾਂ ਦੀ ਮਦਦ ਕਰਨ। ਔਰ ਅਜਿਹੇ ਕਈ ਹੈ ਵੀ, ਔਰ ਅਜਿਹੇ ਪਰਮੇਸ਼ਰ ਨੇ ਕਈ ਠਹਿਰਾਏ ਵੀ ਹੈ।
ਕਲੀਸਿਆ ਦੇ ਵਿੱਚ ਰਹਿ ਕੇ ਉਹ ਇੱਕ ਬਜ਼ੁਰਗੀ ਦਾ ਕੰਮ ਕਰਕੇ ਉਹਦੇ ਨਾਲ ਨਾਲ ਉਹ ਸੇਵਕਾਂ ਦੀ ਮਦਦ ਵੀ ਕਰਦੇ। ਇਹ ਪਰਮੇਸ਼ਵਰ ਦੀ ਇੱਛਾ ਦੇ ਅਨੁਕੂਲ ਹੈ। ਔਰ ਜਿਨ੍ਹਾਂ ਨੂੰ ਪਰਮੇਸ਼ਰ ਨੇ ਪੂਰਨ ਰੀਤੀ ਨਾਲ ਸੇਵਾ ਦੇ ਵਿੱਚ ਬੁਲਾਇਆ, ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਕਲੀਸਿਆ ਦੇ ਰਾਹੀਂ ਪ੍ਰਗਟ ਕੀਤਾ ਕਿ ਇਹਨਾਂ ਨੂੰ ਮੇਰੀ ਸੇਵਾ ਦੇ ਲਈ ਵੱਖਰਾ ਕਰੋ। ਪਰਮੇਸ਼ਰ ਕੁਝ ਵੀ ਆਪਣੇ ਰਾਜ ਦੀ ਭਲਾਈ ਦੇ ਲਈ ਮੇਰੇ ਜੀਵਨ ਦੇ ਵਿੱਚ ਛੁਪਾ ਕੇ ਨਹੀਂ ਕਰਦਾ। ਜੇ ਅਸੀਂ ਸੰਸਾਰ ਅਤੇ ਸੰਸਾਰ ਦੀਆਂ ਇੱਛਾਵਾਂ ਨਾਲ ਚੱਲਣਾ ਚਾਹੁੰਦੇ ਤਾਂ ਇਹ ਵਚਨ ਮੇਰੇ ਸਾਹਮਣੇ ਨਹੀਂ ਆਣਾ ਸੀ ਕਿ ਤੁਸੀਂ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਬਲਕਿ ਲਿਖਿਆ ਹੈ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਵਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਾਈ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਜਦ ਤੱਕ ਅਸੀਂ ਵਚਨ ਅਤੇ ਬੰਦਗੀ ਅਤੇ ਸੰਗਤੀ ਦੇ ਵਿੱਚ ਇਕੱਠੇ ਹੋ ਕੇ ਨਹੀਂ ਜਾਂਦੇ ਹਾਂ, ਤਦ ਤੱਕ ਪਰਮੇਸ਼ਰ ਦੀ ਇੱਛਾ ਮੇਰੇ ਜੀਵਨ ਦੇ ਵਿੱਚ ਮੇਰੇ ਭਾਈ ਅਤੇ ਭੈਣ ਪ੍ਰਗਟ ਨਹੀਂ ਹੋ ਸਕਦੀ। ਯਿਸੂ ਮਸੀਹ ਸਾਡੇ ਲਈ ਮਰਨ ਨੂੰ ਤਿਆਰ ਸੀ, ਤਾਂ ਕਿ ਅਸੀਂ ਉਸ ਦੇ ਜੀਣ ਦੇ ਲਈ ਤਿਆਰ ਨਹੀਂ ਹੈ? ਕਿ ਸਾਨੂੰ ਉਸ ਦੇ ਲਈ ਜੀਣ ਦੇ ਲਈ ਤਿਆਰ ਨਹੀਂ ਹੋਣਾ ਚਾਹੀਦਾ? ਜਦ ਅਸੀਂ ਉਸ ਦੇ ਸਾਹਮਣੇ ਸਮਰਪਣ ਕਰਦੇ ਹਾਂ, ਤਦ ਵਾਸਤਵ ਵਿੱਚ ਸਾਡੇ ਕਦਮਾਂ ਦਾ ਨਿਰਦੇਸ਼ਨ, ਸਾਡੇ ਕਦਮਾਂ ਦੀ ਸੇਧ ਪਰਮੇਸ਼ਰ ਵੱਲੋਂ ਤੈਅ ਹੈ। ਜਦੋਂ ਮੈਂ ਕਹਿੰਦਾ ਪ੍ਰਭੂ ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ, ਹੁਣ ਮੈਨੂੰ ਆਪਣੀ ਇੱਛਾ ਦੇ ਅਨੁਸਾਰ, ਤਦ ਉਹ ਮੇਰੇ ਜੀਵਨ ਦਾ ਮਾਰਗਦਰਸ਼ਕ ਬਣ ਗਿਆ ਹੈ। ਬਸ਼ਰਤ ਇਹ ਹੈ ਕਿ ਮੈਨੂੰ ਉਹਦੀ ਸੰਗਤ ਦੇ ਵਿੱਚ, ਉਹਦੀ ਹਰ ਇੱਕ ਐਕਟੀਵਿਟੀ ਦੇ ਵਿੱਚ ਚੱਲਣਾ ਹੈ, ਜਿਸ ਦੇ ਵਿੱਚ ਉਹ ਮੇਰੇ ਮਾਰਗਦਰਸ਼ਨ ਕਰੇਗਾ ਕਿ ਤੈਂ ਕਰਨਾ ਕੀ ਹੈ, ਮੈਂ ਤੈਨੂੰ ਕਿੱਥੇ ਯੂਜ਼ ਕਰਨਾ ਚਾਹੁੰਦਾ। ਇਹਦਾ ਮਤਲਬ ਹੈ ਦੂਸਰਾ ਕਦਮ ਮੇਰੇ ਜੀਵਨ ਦੇ ਵਿੱਚ ਇਹ ਹੈ ਕਿ ਆਪਣੀ ਇੱਛਾ ਨੂੰ ਪਰਮੇਸ਼ਰ ਦੇ ਹਵਾਲੇ ਕਰ ਦੇਣਾ। ਮੇਰੀ ਇੱਛਾ ਨਹੀਂ, ਪਰਮੇਸ਼ਰ ਦੀ ਇੱਛਾ ਹੋਣੀ ਚਾਹੀਦੀ ਹੈ। ਔਰ ਇਸ ਤੋਂ ਬਾਅਦ ਜੋ ਤੀਸਰਾ ਕਦਮ ਹੈ ਉਹ ਹੈ ਜੋ ਅਸੀਂ ਪਹਿਲਾਂ ਤੋਂ ਜਾਣਦੇ ਆ ਉਸ ਨੂੰ ਪਰਮੇਸ਼ਰ ਦੀ ਇੱਛਾ ਜਾਣਨੀ। ਜੋ ਅਸੀਂ ਪਹਿਲਾਂ ਜਾਣਦੇ ਹਾਂ ਉਸ ਨੂੰ ਪਰਮੇਸ਼ਰ ਦੀ ਇੱਛਾ ਜਾਣਨੀ। ਇਹਦਾ ਮਤਲਬ ਅਜਿਹਾ ਲੱਗਦਾ ਹੈ ਕਿ ਬਹੁਤ ਲੋਕ ਜਾਣਨਾ ਚਾਹੁੰਦੇ ਆ ਕਿ ਉਹਨਾਂ ਦੇ ਜੀਵਨ ਦੇ ਲਈ ਪਰਮੇਸ਼ਰ ਦੀ ਯੋਜਨਾ ਕੀ ਹੈ, ਲੇਕਿਨ ਉਹ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿੰਦੇ ਆ ਕਿ ਉਹਨਾਂ ਦੀ ਇੱਛਾ 98% ਪਹਿਲਾਂ ਤੋਂ ਵਚਨ ਦੇ ਮਧਿਅਸਥ ਸਾਵਧਾਨੀ ਪੂਰਵਕ ਚਰਿੱਤਰਤ ਕੀਤੀ ਗਈ ਹੈ। ਇਹ ਗਲਤ ਵਿਚਾਰ ਹੈ, ਇਹ ਗਲਤ ਵਿਚਾਰ ਹੈ। ਕਈ ਲੋਕ ਇਸ ਤਰ੍ਹਾਂ ਕਹਿੰਦੇ, ਹਾਂ ਜੀ ਮੈਨੂੰ ਤਾਂ ਪ੍ਰਭੂ ਨੇ ਦੱਸਤਾ ਹੈ ਮੈਂ ਏਦਾਂ ਕਰਨਾ, ਮੈਂ ਏਦਾਂ ਕਰਨਾ। ਗਲਤ ਹੈ। ਪਰਮੇਸ਼ਰ ਆਪਣੀ ਇੱਛਾ ਦੇ ਅਨੇਕ ਪਹਿਲੂਆਂ ਦੇ ਬਾਰੇ ਬਹੁਤ ਸਪਸ਼ਟਤਾ ਦੇ ਨਾਲ ਸਾਡੇ ਨਾਲ ਗੱਲ ਕਰਦਾ। ਉਦਾਹਰਨ ਦੇ ਲਈ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਪਹਿਲਾ ਥੈਸਲੋਨੀਕ ਉਸ ਦਾ 4 ਅਧਿਆਇ ਉਸ ਦੀ 3 ਆਇਤ ਨੂੰ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਪਰਮੇਸ਼ਰ ਦਾ ਵਚਨ ਸਾਫ਼ ਰੀਤੀ ਨਾਲ ਮੇਰੇ ਨਿਮਿਤ ਪ੍ਰਗਟ ਕਰਦਾ ਹੈ। ਪਹਿਲਾ ਥੈਸਲੋਨੀਕ 4 ਅਧਿਆਇ ਉਹਦੀ 3 ਆਇਤ ਦੇ ਵਿੱਚ ਲਿਖਿਆ ਹੈ, ਕਹਿੰਦਾ ਪਰਮੇਸ਼ਰ ਦੀ ਇੱਛਾ ਤੁਹਾਡੀ ਪਵਿੱਤਰਤਾਈ ਦੀ ਹੈ, ਭਾਈ ਹਰਾਮਕਾਰੀ ਤੋਂ ਬਚੇ ਰਹੋ। ਇਹਦਾ ਮਤਲਬ ਸੰਸਾਰ ਦੇ ਗੰਦਮੰਦ ਅਤੇ ਲੁੱਚਪਣੇ ਤੋਂ ਬਚੇ ਰਹੋ। ਕਈ ਲੋਕ ਸੋਚਦੇ ਆ ਕਿ ਮੈਂ ਆਪਣਾ ਮਸੀਹ ਦੇ ਵਿੱਚ ਆ ਕੇ ਉਹ ਮੈਰਿਜ ਕਰ ਲਵਾਂ, ਏਦਾਂ ਕਰ ਲਵਾਂ, ਮੇਰਾ ਜੀਵਨ ਬਹੁਤ ਵਧੀਆ ਹੋ ਜਾਏਗਾ। ਵਟ ਉਹ ਕਰਪਟ ਹੋ ਜਾਂਦਾ ਹੈ, ਉਹ ਸਹੀ ਨਹੀਂ ਹੈ। ਉਹਨਾਂ ਦੇ ਜੀਵਨ ਦੇ ਚੂਜ਼ ਬਹੁਤ ਗਲਤ ਹੁੰਦੇ ਆ, ਔਰ ਅਜਿਹੇ ਚੂਜ਼ ਉਹਨਾਂ ਦੀ ਜ਼ਿੰਦਗੀ ਨੂੰ ਵਿਨਾਸ਼ ਦੇ ਵਿੱਚ ਲੈ ਕੇ ਚਲੇ ਜਾਂਦੇ। ਔਰ ਅਜਿਹੇ ਚੂਜ਼ ਮੈਂ ਅਕਸਰ ਕਈ ਕਲੀਸਿਆਵਾਂ ਦੇ ਵਿੱਚ, ਕਈ ਮਸੀਹੀ ਪਰਿਵਾਰਾਂ 'ਚ, ਆਹ ਕੁੜੀ ਤਾਂ ਮੇਰੇ ਲਈ ਬਹੁਤ ਵਧੀਆ, ਉਹ ਮੁੰਡਾ ਮੇਰੇ ਲਈ ਬਹੁਤ ਵਧੀਆ, ਮੈਂ ਇਹਦੇ ਨਾਲ ਆਪਣਾ ਆਇਲਟ ਕਰਕੇ ਬਾਹਰ ਵਿਦੇਸ਼ 'ਚ ਚੱਲ ਜਾਵਾਂਗਾ, ਸੈਟਲ ਹੋ ਜਾਵਾਂਗੇ, ਉਹਦੇ ਨਾਲ ਅਸੀਂ ਕਲੀਸਿਆ ਦੀ ਮਦਦ ਕਰਾਂਗੇ। ਨਥਿੰਗ। ਕਲੀਸਿਆ ਦੀ ਮਦਦ ਤੁਹਾਡੇ ਇਸ ਕਾਰਜ ਦੇ ਨਾਲ ਨਹੀਂ, ਪਰਮੇਸ਼ਰ ਦੀ ਸਮਰੱਥ ਦੇ ਨਾਲ ਚੱਲਦੀ ਹੈ। ਇਸ ਨੂੰ ਸਮਝਣਾ। ਕਲੀਸਿਆ ਨੂੰ ਬਣਾਉਣ ਵਾਲਾ, ਕਲੀਸਿਆ ਨੂੰ ਖੜਾ ਕਰਨ ਵਾਲਾ, ਕਲੀਸਿਆ ਨੂੰ ਚਲਾਉਣ ਵਾਲਾ, ਕਲੀਸਿਆ ਦੇ ਵਿੱਚ ਬੁੱਧ ਦੇ ਨਾਲ ਕਾਰਜ ਕਰਨ ਵਾਲਾ
परमेश्वर है याद रखना, तुसी नहीं। जे असी ये सोच के अपना इस तरह का काम कर रहे हैं कि असी इस तरह करांगे, इस तरह करके उत्थे पहुंच जावांगे, इदां कर लवांगे, असी कलीसिया दे पासवान अते बुजुर्गां नूं भी मना लवांगे, गलत है। मैं इस तरह के कलीसिया दे विच कई तरह इस तरह के कई काम देखे हैं, बहुत गलत है। ਅਤੇ ਜਿਹੜੇ इस तरह ਕਰਨ ਦੇ ਵਿੱਚ ਉਹਨਾਂ ਦੇ ਵਿੱਚ इस तरह की गल करते हैं या इस तरह उन्हां नाल कंप्रोमाइज़ कर लेंदे आ, मेरे प्यारो बाणी दसदी आ ਉਹ कलीसिया कदे भी स्थिर नहीं रहेगी। उस कलीसिया दे विच कदे भी परमेश्वर दा एक कारज नहीं होवेगा। जेकर असी इन्हां गल्लां दा पालन करते हैं कि परमेश्वर ने सानू स्पष्ट रूप विच अपनी इच्छा दे रूप विच दिखाया है कि असी ये काम दे विच परमेश्वर नूं अपना जीवन सौंपांगे, अपनी योजना दे बारे उस दे अगे जानकारी प्रगट करांगे, आग्याकारिता दे नाल असी उस दे समक्ष चलांगे, तां तुहाडा तीसरा कदम प्रगट होंदा है कि तुसी परमेश्वर दी इच्छा नूं मनो। चौथा कदम पढ़ के मैं अज दे इस कारज नूं समाप्त करांगा। कल फिर मैं आप दे नाल उस दे विच जुड़ांगा। चौथा कदम मेरे जीवन दे विच है परमेश्वर दी इच्छा दी सच्चाई नूं अपने जीवन विच तलाशना, खोज करना। परमेश्वर दी इस इच्छा नूं खोजण दा एक प्रमुख काम यह है कि अपने जीवन विच ईश्वरीय सलाहकारां नूं असी अपने जीवन विच तलाश करिए। मैं जदों इस गल दी खोज कर रहा सी तद मैं उन्हां परमेश्वर दे बुजुर्गां नूं और कलीसिया दे उन्हां लोकां नाल मैं गल करदा सी जिहड़े परमेश्वर दी बाणी दे लई, परमेश्वर दी कलीसिया दे लई और परमेश्वर दे लोकां दे लई गंभीर सोच रखदे सी। मेरी संगत उन्हां नाल हुंदी सी अते ओह अच्छे तरीके नाल गाइड करदे सी अते उन्हां दी गाइडेंस दे नाल, उन्हां दी अच्छी सलाह दे नाल अज मैं परमेश्वर दी इच्छा नूं पा के ओहदी सेवा विच और आनंद भी है। मैनू कोई पछतावा नहीं कि मैं इदां कीता, मैं इदां करूंगा, नथिंग, मैनू कोई पछतावा नहीं तो मैं कह सकता मेरे पिता दी बहुत जगीरी है, मैं उस जगीरी दे विच जाके हिस्सा पा के बहुत कुछ करांगा। मेरा अपना बिजनेस सी, अपने पार्ट सी, मैं उहदे विच जाके बहुत कुछ कर सकदा सी। पर अज मैनू परमेश्वर ने अपने पवित्र सलाहकारां दे नाल ये अच्छी परमेश्वर दी योजना, अच्छी परमेश्वर दी इच्छा मेरे जीवन विच प्रगट कीती, जिस नाल अज मैं सही रास्ते विच जा रहा, सही रास्ते विच जा रहा। इस दे बारे असी इस तरह सोचिए, आप नूं ये समझना चाहिए है कि मूल रूप विच 5 या 6 या 2 या 3 अजिहे भाई भैन होण जिहड़े मेरे जीवन दे बारे आत्मिकता दे नाल, मानसिकता दे विच मैनू अच्छी सलाह देण अते वचन दे राहीं मैनू गाइड करन, तद परमेश्वर दी योजना मेरे जीवन विच प्रगट होवेगी। मैं आपदे ਲਈ पढ़ रहा हाँ नीति वचन कहावतां 11:4, जिथे परमेश्वर दा वचन मैनू की कहंदा है, 14 कहावतां 11:14 कहंदा, जिथे बुद्ध दी युक्ति सलाह नहीं उत्थे प्रजा संकट विच पै जांदी है, जिथे सलाह देण वालियां दी बहुतायत दे कारण बचाव हुंदा है। ध्यान नाल सुणना, जिथे बुद्ध दी युक्त नहीं उत्थे प्रजा संकट विच आ जाती है। बुद्ध की सलाह परमेश्वर दे ओ लोग दे सकते हैं जिन्हां ने परमेश्वर पुत्र नूं अपना व्यक्तिगत मुक्तिदाता मन्निया है,
ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਆਪਣੇ ਜੀਵਨ ਨੂੰ ਸਮਰਪਿਤ ਕੀਤਾ, ਉਹ ਅੱਛੀ ਸਲਾਹ ਦੇ ਸਕਦੇ ਆ, ਕਿਉਂਕਿ ਉਹਨਾਂ ਦੇ ਵਿੱਚ ਪਰਮੇਸ਼ਵਰ ਦੀ ਬੁੱਧ ਕੰਮ ਕਰਦੀ ਹੈ, ਕਿਉਂਕਿ ਉਹ ਪਰਮੇਸ਼ਵਰ ਦੀ ਬੁੱਧ ਵੀ ਉਹਨਾਂ ਦੇ ਵਿੱਚ ਕੰਮ ਕਰਦੀ ਹੈ। ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਿੱਚ ਸਮਰਪਿਤ ਕਰਕੇ ਰੱਖਿਆ, ਉਹ ਤੁਹਾਡੇ ਜੀਵਨ ਦੇ ਲਈ ਅੱਛੀ ਸਲਾਹ ਦੇਣਗੇ, ਤੁਹਾਨੂੰ ਫਾਹੀ ਵਿੱਚ ਨਾ ਪੈ ਦੇਣ, ਕਿਉਂਕਿ ਉਹਨਾਂ ਦਾ ਉਹਦੇ ਵਿੱਚ ਆਪਣਾ ਕੋਈ ਸਵਾਰਥ ਨਹੀਂ ਹੈ। ਫਿਰ ਬਹੁਤੇ ਸਲਾਹਕਾਰਾਂ ਦੀ ਸੰਮਤੀ ਸਲਾਹ ਮੇਰੇ ਜੀਵਨ ਦੇ ਵਿੱਚ ਬਚਾਵ ਦਾ ਕਾਰਨ ਬਣ ਜਾਂਦੀ ਹੈ, ਮੈਨੂੰ ਉਸ ਮੰਜ਼ਿਲ ਦੇ ਉੱਤੇ ਪਹੁੰਚਾ ਦਿੰਦੀ ਹੈ ਜਿੱਥੇ ਪਰਮੇਸ਼ਰ ਮੈਨੂੰ ਲੈ ਕੇ ਜਾਣਾ ਚਾਹੁੰਦਾ ਹੈ। ਕਲੀਸਿਆ ਇਸ ਵਿੱਚ ਆਪ ਦੀ ਮਦਦ ਕਰਨ ਦੇ ਲਈ ਔਰ ਆਪ ਦੇ ਜੀਵਨ ਦੇ ਢਾਂਚੇ ਨੂੰ ਸਹੀ ਰੂਪ ਦੇ ਨਾਲ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਆਪ ਦੇ ਅੱਗੇ ਰੱਖਣ ਦੇ ਲਈ ਆਪ ਦੀ ਮਦਦ ਕਰੇਗੀ। ਆਪ ਦੇ ਹਰ ਵਾਰ ਹਰ ਦਰਵਾਜ਼ੇ ਨੂੰ ਖੋਲਣ ਦੇ ਲਈ ਕਲੀਸਿਆ ਦੇ ਲੋਕ ਜਿਹੜੇ ਬੋਝ ਰੱਖਦੇ ਨੇ ਆਪਣੇ ਲੋਕਾਂ ਦੇ ਲਈ, ਉਹ ਆਪ ਦੀ ਮਦਦ ਕਰਨਗੇ, ਉਹ ਆਪ ਦੀ ਸਹਾਇਤਾ ਕਰਨਗੇ। ਉਹਦੇ ਵਿੱਚ ਭੈਣਾਂ ਵੀ ਹੋ ਸਕਦੇ ਆ ਅਤੇ ਭਾਈ ਵੀ ਹੋ ਸਕਦੇ। ਯਾਦ ਰੱਖਣਾ, ਪਰਮੇਸ਼ਵਰ ਆਪ ਨੂੰ ਆਪ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਹਮੇਸ਼ਾ ਤਿਆਰ ਹੈ, ਬਸ਼ਰਤ ਇਹ ਹੈ ਕਿ ਆਪ ਪਰਮੇਸ਼ਵਰ ਦੇ ਵਚਨ, ਪ੍ਰਾਰਥਨਾ ਔਰ ਪਰਮੇਸ਼ਵਰ ਦੇ ਆਤਮਿਕ ਲੋਕਾਂ ਦੀ ਸੰਗਤ ਦੇ ਨਾਲ ਆਪ ਪਰਮੇਸ਼ਰ ਦੀ ਇੱਛਾ ਨੂੰ ਪ੍ਰਾਪਤ ਕਰ ਸਕਦੇ ਆ, ਜੋ ਆਪ ਦੇ ਜੀਵਨ ਦੇ ਵਿੱਚ ਲਾਭ ਦਾ ਮਾਰਗ ਖੜਾ ਕਰ ਸਕਦੇ। ਇਸ ਲਈ ਇਹਨਾਂ 4 ਕਦਮਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੈ, ਔਰ ਇਹ 4 ਕਦਮ ਜਿਹੜੇ ਆਪ ਦੇ ਜੀਵਨ ਵਿੱਚ ਹੈ, ਉਹ ਆਪ ਦੇ ਜੀਵਨ ਦੇ ਵਿੱਚ ਆਪ ਦੀ ਮਦਦ ਕਰਨਗੇ। ਪਹਿਲਾ, ਪਰਮੇਸ਼ਵਰ ਦੇ ਨਾਲ ਚੱਲਣਾ, ਵਚਨ ਅਤੇ ਪ੍ਰਾਰਥਨਾ ਦੇ ਨਾਲ ਸੰਗਤੀ ਕਰਨੀ। ਦੂਸਰਾ, ਆਪਣੀ ਇੱਛਾ ਨੂੰ ਪਰਮੇਸ਼ਵਰ ਦੇ ਹਵਾਲੇ ਕਰਨਾ। ਤੀਸਰਾ, ਜੋ ਤੁਸੀਂ ਜਾਣਦੇ ਹੋ ਉਸ ਨੂੰ ਪਰਮੇਸ਼ਵਰ ਦੇ ਸਪੁਰਦ ਕਰਨਾ। ਚੌਥਾ, ਪਰਮੇਸ਼ਵਰ ਦੀ ਮੇਰੇ ਜੀਵਨ ਦੇ ਵਿੱਚ ਕੀ ਇੱਛਾ ਹੈ ਉਸ ਦੀ ਖੋਜ ਕਰਨਾ। ਇਹ ਮੈਂ 4 ਗੱਲਾਂ ਅੱਜ ਆਪ ਨੂੰ ਦਸੀਆਂ। ਕੱਲ ਮੈਂ ਆਪ ਨੂੰ ਹੋਰ ਜੋ ਪਰਮੇਸ਼ਵਰ ਦੇ ਨਾਲ ਉਸ ਦੀ ਇੱਛਾ ਨੂੰ ਜਾਣਨ ਦੀਆਂ ਗੱਲਾਂ ਆਪ ਦੇ ਨਾਲ ਵੰਡਾਂਗਾ। ਤਦ ਤੱਕ ਦੇ ਲਈ ਮੈਂ ਆਪ ਤੋਂ ਵਿਦਾ ਹੁੰਦਾ ਹਾਂ। ਪਰਮੇਸ਼ਵਰ ਆਪ ਨੂੰ ਬਰਕਤ ਦੇਵੇ, ਇਹਨਾਂ ਗੱਲਾਂ ਨੂੰ ਸਿੱਖਣ ਦੇ ਲਈ ਆਪ ਦੀ ਸਹਾਇਤਾ ਕਰੇ। ਜੈ ਮਸੀਹ ਦੀ। ਮਾਰਾਨਾਥਾ।